Education is an important tool to strengthen and to promote the society which enables the country to have a healthy nation. For this purpose, educational temples pursuing the ethical values headed by selfless and devoted personalities are needed. Sardar Harminder Singh founded Amrit Education Society in 2004. This society decided to establish Amrit Indo-Canadian Academy and the academy starting functioning from 14 April 2005. The academy has been affiliated with the CBSE New Delhi. There are so much salient features in the academy: rural setup, aesthetic school campus in 8 acres, air-conditioned classrooms, skill development, digital citizenship and social and emotional learning are the important subject of school curriculum. Education supported by ICT, committed and highly qualified faculty, 1 period per day for spiritual education, NCC, Army and Air Wing, sports program, student-centric teaching, and also transport facility for pick and drop the student. Our team talked to the principal ma'am of Amrit Indo-Canadian Academy and she told us about the Amrit Indo-Canadian Academy. Let's visit Amrit Indo-Canadian Academy, Ladiyan Khurd, Ludhiana. ਦਰਸ਼ਕੋ ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਵਿਦਿਆ ਦੀ ਦਾਨੀ ਅਮਰਤ ਇੰਡੋ ਕੈਨੇਡੀਅਨ ਅਕੈਡਮੀ, ਜਿਹੜੀ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚਿਆਂ ਨੂੰ ਨਵੀਂ ਜ਼ਿੰਦਗੀ ਦੇ ਚੁੱਕੀ ਹੈ। ਚਾਹੇ ਉਹ ਇੰਜੀਨੀਅਰ ਹੋਣ, ਚਾਹੇ ਉਹ ਡਾਕਟਰਸ ਹੋਣ, ਚਾਹੇ ਉਹ PCS ਆਫਿਸਰਸ ਹੋਣ, ਚਾਹੇ ਉਹ ਹੋਰ ਵੱਡੇ ਵੱਡੇ ਅਹੁਦਿਆਂ 'ਤੇ ਲੱਗਣ ਵਾਲੇ ਬੱਚੇ ਹੋਣ, ਚਾਹੇ ਉਹ ਫੋਰਨ ਜਾ ਕੇ ਸੇਵਾ ਕਰਨ ਵਾਲੇ ਲੋਕ ਹੋਣ, ਉਹਨਾਂ ਨੂੰ ਇਹ ਅਕੈਡਮੀ ਜਿਹੜੀ ਹੈਗੀ ਆ ਇੱਕ ਵਧੀਆ ਨੈਟਵਰਕ ਦੇ ਚੁੱਕੀ ਹੈ। ਔਰ ਗੱਲ ਕਰ ਰਹੇ ਹਾਂ ਪ੍ਰਿੰਸੀਪਲ ਮੈਡਮ ਦੇ ਨਾਲ, ਜਿਨ੍ਹਾਂ ਨੇ ਰਾਤ ਦਿਨ ਦੀ ਪ੍ਰਵਾਹ ਕੀਤੇ ਬਿਨਾਂ ਇੱਥੇ ਸੇਵਾ ਕੀਤੀ ਹੈਗੀ ਆ। ਮੈਡਮ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ। ਮੈਡਮ ਕੀ ਕਹਿਣਾ ਚਾਹੋਗੇ ਕਿ ਜਿਸ ਦਿਨ ਦਾ ਇਹ ਬੂਟਾ ਲੱਗਿਆ ਉਸ ਦਿਨ ਦਾ ਹੀ ਇਹ ਅੱਗੇ ਅੱਗੇ ਵੱਧ ਰਿਹਾ ਹੈਗਾ ਔਰ ਕਦੇ ਵੀ ਇਸ ਅਕੈਡਮੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਔਰ ਨਵੀਂ ਚੀਜ਼, ਉਹ ਚੀਜ਼ਾਂ ਜਿਹੜੀਆਂ ਕਿ ਵਰਲਡ ਲੈਵਲ ਦੀਆਂ, ਜਿਹੜੀਆਂ ਕਿ ਲੋਕ ਆਪਣੇ ਬੱਚਿਆਂ ਨੂੰ ਪਹਾੜਾਂ 'ਚ ਭੇਜਦੇ ਆ ਪੜ੍ਹਨ ਦੇ ਲਈ, ਉਹ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇੱਥੇ ਇੰਟਰੋਡਿਊਸ ਕੀਤੀਆਂ ਗਈਆਂ ਨੇ। ਕੀ ਕਹਿਣਾ ਚਾਹੋਗੇ? ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਨੂੰ ਅੱਜ ਇਹ ਮੌਕਾ ਮਿਲਿਆ ਕਿ ਆਪਣੀ ਜਿਹੜੀ ਗਰੋਥ ਹੈ ਜਾਂ ਆਪਣੀ ਜਿਹੜੀ ਐਗਜ਼ਿਸਟੈਂਸ ਹੈ ਉਸ ਦੇ ਬਾਰੇ ਕੁਝ ਕਹਿ ਸਕੀਏ। ਅਸੀਂ ਜਦੋਂ ਇਹ ਸਕੂਲ ਦੀ ਸਥਾਪਨਾ ਹੋਈ 2005 14 ਅਪ੍ਰੈਲ, ਉਦੋਂ ਇਹ ਸਕੂਲ ਇੱਕ ਨਵਾਂ ਜਿਹਾ ਪੌਦਾ ਲਗਾਇਆ ਸੀਗਾ, ਇਹ ਸੋਚ ਕੇ ਕਿ ਇਸ ਏਰੀਏ ਦੇ ਵਿੱਚ ਨਾ ਤਾਂ ਇੱਥੇ ਕੋਈ ਪਹੁੰਚ ਹੈ, ਨਾ ਇੱਥੇ ਕੋਈ ਇੰਸਟੀਟਿਊਸ਼ਨ ਹੈ, ਨਾ ਇੱਥੇ ਕੋਈ ਸਕੂਲ ਹੈ ਔਰ ਇੱਥੋਂ ਇਸ ਇਲਾਕੇ ਦੇ ਬੱਚੇ ਕਦੇ 10ਵੀਂ ਤੋਂ ਬਾਅਦ ਪੜ੍ਹਨ ਕਾਲਜਿਸ ਵਿੱਚ ਘੱਟ ਹੀ ਜਾਂਦੇ ਸੀ। ਪਰ ਅੱਜ ਸਾਨੂੰ ਇਹ ਮਹਿਸੂਸ ਹੋਇਆ ਕਿ ਇਸ ਸਕੂਲ ਦੇ ਕਾਰਨ ਅੱਜ ਬੱਚੇ PhD ਵੀ ਕਰ ਚੁੱਕੇ ਨੇ, ਬੱਚੇ PCS ਦੀ ਤਿਆਰੀਆਂ ਵੀ ਕਰ ਰਹੇ ਨੇ, ਲਾਅ ਵਿੱਚ ਐਡਮਿਸ਼ਨ ਲੈ ਕੇ ਬੜੇ ਅੱਛੇ ਅਹੁਦਿਆਂ 'ਤੇ ਪਹੁੰਚ ਚੁੱਕੇ ਨੇ ਔਰ ਬੱਚੇ ਜਿਹੜੇ ਵੀ ਹੈ ਉਹ ਤਰੱਕੀ ਦੀ ਰਾਹ 'ਤੇ ਹੈ। ਸਾਡਾ ਇੱਕੋ ਮਕਸਦ ਸੀ ਕਿ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਜੇ ਅਸੀਂ ਬੱਚਿਆਂ ਨੂੰ ਧਾਰਮਿਕ ਸਿੱਖਿਆ ਛੱਡ ਕੇ ਰੂਹਾਨੀ ਸਿੱਖਿਆ ਵੀ ਦਈਏ ਤੇ ਇੱਕ ਚੰਗੇ ਇਨਸਾਨ ਬਣ ਸਕਦੇ ਨੇ। ਅੱਜ ਸਾਨੂੰ ਪਿੱਛੇ ਮੁੜ ਕੇ ਦੇਖਣ ਕੇ ਬੜਾ ਹੀ ਮਾਣ ਮਹਿਸੂਸ ਹੁੰਦਾ ਹੈ ਕਿ ਬੱਚੇ ਪੂਰੀ ਤਰ੍ਹਾਂ ਆਪਣੇ ਕਲਚਰ ਨਾਲ ਜੁੜੇ ਹੋਏ ਨੇ, ਆਪਣੀ ਸੱਭਿਅਤਾ ਨਾਲ ਜੁੜੇ ਹੋਏ ਨੇ ਅਤੇ ਦੁਨੀਆ ਦੇ ਵਿੱਚ ਬੈਠੇ ਵੀ ਆਪਣੇ ਇਸ ਜੜ੍ਹਾਂ ਨੂੰ ਸਿੰਚਦੇ ਨੇ ਔਰ ਉਹਨਾਂ ਨੂੰ ਲੈ ਕੇ ਬੜਾ ਮਾਣ ਮਹਿਸੂਸ ਕਰਦੇ ਨੇ। ਜਦੋਂ ਵੀ ਬੱਚੇ ਵਾਪਸ ਆਉਂਦੇ ਨੇ ਹਮੇਸ਼ਾ ਇੱਕੋ ਹੀ ਗੱਲ ਕਹਿੰਦੇ ਨੇ ਕਿ ਜੋ ਅਸੀਂ ਹੈਗੇ ਆ ਅੱਜ ਗੁਰੂ ਸਾਹਿਬ ਦੀ ਮਿਹਰ ਨਾਲ ਅਸੀਂ ਉੱਥੇ ਪਹੁੰਚ ਗਏ ਜੋ ਅਸੀਂ ਕਦੀ ਸੋਚਿਆ ਵੀ ਨਹੀਂ ਸੀ। ਬਸ ਸਾਡੇ ਲਈ ਇਹ ਕੁਝ ਸ਼ਬਦ ਹੀ ਨੇ ਜਿਹੜੇ ਕਿ ਉਤਸ਼ਾਹ ਦਿੰਦੇ ਨੇ, ਸਾਨੂੰ ਹੌਸਲਾ ਦਿੰਦੇ ਨੇ ਔਰ ਅਸੀਂ ਅੱਗੇ ਦੇ ਬਾਰੇ ਸੋਚਦੇ ਹਾਂ, ਪਲੈਨਿੰਗ ਕਰਦੇ ਹਾਂ। ਅੱਜ 18 ਸਾਲਾਂ ਦੇ ਬਾਅਦ ਜੇ ਅਸੀਂ ਸੋਚੀਏ ਤੇ ਸਾਨੂੰ ਇੱਕ ਨਵਾਂ ਉਪਰਾਲਾ ਕਰਨ ਨੂੰ ਮਿਲਿਆ ਜਿਹੜਾ ਕਿ ਅਸੀਂ 2 ਸਾਲ ਤੋਂ ਕਰ ਰਹੇ ਹਾਂ। ਆਪਣੇ ਬੱਚਿਆਂ ਵਾਸਤੇ ਅਸੀਂ UPSC ਦੀ ਤਿਆਰੀ, IAS ਦੀ ਤਿਆਰੀ ਛੋਟੀ ਕਲਾਸ ਤੋਂ ਹੀ ਸ਼ੁਰੂ ਕੀਤੀ ਹੈ, NDA ਦੀ ਤਿਆਰੀ ਸ਼ੁਰੂ ਕਰ ਰਹੇ ਹਾਂ ਔਰ ਨੀਟ ਵਾਸਤੇ ਤਿਆਰੀ ਸਕੂਲ ਦੇ ਅੰਦਰ ਹੀ ਸਾਡੇ ਆਪਣੇ ਟੀਚਰਸ ਹੀ ਕਰ ਰਹੇ ਨੇ ਬੱਚਿਆਂ ਨੂੰ ਕਲਾਸਿਸ ਛੋਟੀਆਂ ਤੋਂ ਲੈ ਕੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਕਦੇ ਬਾਹਰ ਵੱਲ ਨਾ ਦੇਖਣ, ਸਗੋਂ ਆਪਣੀ ਕੰਟਰੀ ਦੇ ਵਿੱਚ ਹੀ ਕੰਟਰੀਬਿਊਟ ਕਰ ਸਕਣ ਤੇ ਇਸੇ ਕੰਟਰੀ ਨੂੰ ਹੀ ਡਿਵੈਲਪ ਕਰਨ। ਸਾਡਾ ਤਾਂ ਇੱਕੋ ਹੀ ਸੁਪਨਾ ਹੈ ਕਿ ਸਾਡਾ ਹਰ ਇੱਕ ਬੱਚਾ ਇੱਥੇ ਵਾਪਸ ਆਪਣੇ ਪੰਜਾਬ ਦੀ ਧਰਤੀ ਨੂੰ ਪਿਆਰ ਕਰੇ ਤੇ ਇੱਥੇ ਹੀ ਰਹੇ ਤੇ ਇੱਥੇ ਹੀ ਆਪਣਾ ਆਪ ਨੂੰ ਪ੍ਰਫੁੱਲਤ ਹੁੰਦਾ ਦੇਖੇ। ਮੈਡਮ ਇਹ ਅਕੈਡਮੀ ਜਿਹੜੀ ਬੱਚਿਆਂ ਨੂੰ +2 ਵਾਲੇ ਬੱਚਿਆਂ ਨੂੰ 10th ਦੇ ਬੱਚਿਆਂ ਨੂੰ ਪਹਿਲਾਂ ਹੀ ਮਤਲਬ ਉਸ ਤਰੀਕੇ ਦੇ ਨਾਲ ਪੜ੍ਹਾਉਂਦੀ ਹੈ ਕਿ ਤੁਸੀਂ ਆਪਣੀ ਰੋਜੀ ਰੋਟੀ ਖੁਦ ਕਮਾ ਸਕੋ, ਉਹਨਾਂ ਨੂੰ ਪਰਿਪੱਕ ਕਰਦੀ ਹੈ ਹਰ ਗੱਲ ਦੇ ਵਿੱਚ
ਲੜਕੀਆਂ ਨੂੰ ਖਾਸ ਕਰਕੇ ਕਿ ਤੁਸੀਂ ਇਕੱਲਾ ਇਹ ਵਿੱਦਿਆ ਦਾ ਦਾਨ ਹੀ ਨਹੀਂ ਬਲਕਿ ਤੁਸੀਂ એનર્ਜੀ ਲੈਵਲ ਤੁਹਾਡੇ 'ਚ ਬਹੁਤ ਵਧੀਆ ਹੋਣੇ ਚਾਹੀਦੇ ਨੇ। ਤੁਸੀਂ ਇੱਕ ਪੋਜ਼ਿਟਿਵ ਇਨਸਾਨ ਹੋਣੇ ਚਾਹੀਦੇ ਆ, ਤੁਹਾਡੇ 'ਚ ਟੈਲੈਂਟ ਹੋਣਾ ਚਾਹੀਦਾ ਹਰ ਚੀਜ਼ ਦਾ। ਔਰ ਉਹਦੇ ਲਈ ਹਮੇਸ਼ਾ ਤੁਸੀਂ ਵਰਕਸ਼ਾਪਸ, ਹਮੇਸ਼ਾ ਗੈਸਟ ਲੈਕਚਰਸ, ਔਰ ਖੁਦ ਤੁਸੀਂ ਮੈਡਮ ਸੁਬਾਹ ਜਦੋਂ ਪ੍ਰੇਅਰ ਹੁੰਦੀ ਹੈ ਉਹਦੇ ਤੋਂ ਹੀ ਮਤਲਬ ਜਿਹੜਾ ਹੈਗਾ ਬੱਚਿਆਂ ਨੂੰ ਮੋਟੀਵੇਟ ਕਰਨਾ ਸ਼ੁਰੂ ਕਰ ਦਿੰਦੇ ਹੋ ਵੀ ਤੁਸੀਂ ਕੁਝ ਕਰਨ ਆਏ ਹੋ। ਤੁਸੀਂ ਇਕੱਲਾ ਇਹ ਨਹੀਂ ਹੈ ਕਿ ਪੜ੍ਹ ਕੇ ਕੋਈ ਆਫਿਸਰ ਬਣ ਗਏ ਬਲਕਿ ਤੁਸੀਂ ਇੱਕ ਸਮਾਜ ਦੇ ਲਈ ਵੀ, ਜਿੱਦਾਂ ਤੁਸੀਂ ਕਿਹਾ ਕਿ ਜਿਹੜੀ ਇੰਟਰਨਲ ਐਜੂਕੇਸ਼ਨ ਹੈਗੀ ਆ ਉਹ ਇੱਥੇ ਦਿੱਤੀ ਜਾਂਦੀ। ਸਾਡਾ ਦਿਨ ਸ਼ੁਰੂ ਹੁੰਦਾ ਹੈ ਬੱਚਿਆਂ ਨੂੰ ਇੱਕ ਸੇਧ ਦੇਣਾ, ਇੱਕ ਮੈਸੇਜ ਦੇਣਾ ਕਿ ਸਾਡਾ ਪਰਪਸ ਕੀ ਹੈ ਇਸ ਦੁਨੀਆ 'ਚ ਆਉਣ ਦਾ, ਪਰਮਾਤਮਾ ਨੇ ਸਾਨੂੰ ਕਿਉਂ ਭੇਜਿਆ। ਜਦੋਂ ਅਸੀਂ ਇਸ ਸਵਾਲ ਦਾ ਜਵਾਬ ਲੱਭ ਲੈਂਦੇ ਹਾਂ ਸਾਨੂੰ ਬੜਾ ਕੁਝ ਕਲੀਅਰ ਹੋ ਜਾਂਦਾ, ਸਾਨੂੰ ਰਸਤਾ ਦਿਸਣਾ ਸ਼ੁਰੂ ਹੋ ਜਾਂਦਾ ਕਿ ਸਾਡਾ ਮਕਸਦ ਕੀ ਹੈ। ਦੁਨਿਆਵੀ ਜ਼ਿੰਦਗੀ ਵਿੱਚ ਦੁਨਿਆਵੀ ਵਿੱਦਿਆ ਚਾਹੀਦੀ ਹੈ, ਲੇਕਿਨ ਜਿਹੜੀ ਵਿੱਦਿਆ ਸਾਨੂੰ ਪਰਮਾਤਮਾ ਵੱਲੋਂ ਮਿਲਣੀ ਹੈ, ਜਿਹੜੀ ਵਿੱਦਿਆ ਸਾਨੂੰ ਪਰਮਾਤਮਾ ਦੇ ਬਾਣੀ 'ਚੋਂ ਦਿਖਦੀ ਹੈ, ਉਹ ਹੈਗੀ ਕਿ ਲਾਈਫ ਸਕਿੱਲਸ ਜਾਂ ਕਹਿ ਲਓ ਇਮੋਸ਼ਨ, ਸੋਸ਼ਲ ਐਂਡ ਇਮੋਸ਼ਨਲ ਲਰਨਿੰਗ, ਜਿਹਦਾ ਸਬਜੈਕਟ ਅਸੀਂ ਅੱਜ ਕੱਲ੍ਹ ਨਾਮ ਦਿੰਦੇ ਹਾਂ। ਅਤੇ ਉਹ ਸਾਰੀ ਵਿੱਦਿਆ ਜਿਹੜਾ ਕਿ ਸਾਨੂੰ ਇੱਕ ਚੰਗਾ ਇਨਸਾਨ ਬਣਾਉਂਦੀ ਹੈ। ਬੱਚਿਆਂ ਨੂੰ ਟੀਮ ਵਰਕ ਵਿੱਚ ਕੰਮ ਕਰਨਾ, ਉਹਨਾਂ ਨੂੰ ਡਿਸੀਜਨ ਆਪਣੇ ਲੈਣੇ, ਆਪਣੇ ਸਹੀ ਅਤੇ ਗਲਤ ਦੀ ਪਹਿਚਾਣ ਹੋਣੀ, ਇਹ ਸਾਰੀ ਜਿਹੜੀ ਵਿੱਦਿਆ ਹੈ ਇਹ ਬੱਚਿਆਂ ਨੂੰ ਹਰ ਰੋਜ਼ ਹਰ ਟੀਚਰ ਇੱਕ ਆਪਣੀ ਜ਼ਿੰਮੇਵਾਰੀ ਸਮਝਦਾ ਹੈ ਅਤੇ ਆਪਣੀ ਜ਼ਿੰਮੇਵਾਰੀ ਦੇ ਹਿਸਾਬ ਨਾਲ ਆਪਣੇ ਲੈਸਨਸ ਦੇ ਵਿੱਚੋਂ ਹੀ ਬੱਚਿਆਂ ਨੂੰ ਸੇਧ ਦਿੰਦੇ ਹੈ। ਮੈਡਮ, ਨਵਾਂ ਸੈਸ਼ਨ ਸ਼ੁਰੂ ਹੋਣ ਵਾਲਾ ਔਰ ਤੁਸੀਂ ਜਿਸ ਤਰੀਕੇ ਦੇ ਨਾਲ ਛੋਟੇ ਛੋਟੇ ਬੱਚਿਆਂ ਨੂੰ, ਜਿਹੜੇ ਬੱਚੇ ਪਨੀਰੀ ਜਿੱਦਾਂ ਤੁਸੀਂ ਕਿਹਾ ਕਿ ਅਸੀਂ ਉਹਨਾਂ ਨੂੰ ਐਸੀ ਮਾਈਂਡ ਤੁਹਾਡਾ ਸੈਟਅਪ ਹੈਗਾ ਕਿ ਉਹਨਾਂ ਬੱਚਿਆਂ ਨੂੰ ਉਹ ਦੇਸ਼ ਦੀ ਸੇਵਾ ਕਰਨ, ਉਹਨਾਂ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਜਿਹੜੀ ਪੈਦਾ ਹੋਵੇ। ਨਈ ਐਡਮਿਸ਼ਨਾਂ ਚਾਲੂ ਹੋ ਚੁੱਕੀਆਂ ਨੇ, ਕੀ ਕਹਿਣਾ ਚਾਹੋਗੇ ਕਿ ਜਿਹੜੇ ਵੀ ਬੱਚੇ ਐਡਮਿਸ਼ਨ ਲੈਣਾ ਚਾਹੁੰਦੇ ਨੇ, ਕਿਉਂਕਿ ਤੁਹਾਡੇ ਕੋਲੇ ਐਡਮਿਸ਼ਨਸ ਤੁਸੀਂ ਕੁਆਂਟੀਟੀ ਨਹੀਂ ਬਲਕਿ ਕੁਆਲਿਟੀ ਇੱਥੇ ਹੁੰਦੀ ਹੈ ਔਰ ਕੁਆਂਟੀਟੀ ਤੁਸੀਂ ਹਮੇਸ਼ਾ ਘੱਟ ਰੱਖਦੇ ਹੋ, ਸਟੂਡੈਂਟ ਟੀਚਰ ਰੇਸ਼ੋ ਤੁਹਾਡੀ ਘੱਟ ਹੁੰਦੀ ਹੈ, ਜਿਹਦੇ ਨਾਲ ਕਿ ਬੱਚਿਆਂ ਨੂੰ ਪੂਰਾ ਇਨਸਾਫ ਮਿਲ ਸਕੇ। ਕੀ ਕਹਿਣਾ ਚਾਹੋ? ਨਵੇਂ ਸੈਸ਼ਨ ਲਈ ਐਡਮਿਸ਼ਨਸ ਓਪਨ ਹੈਗੀਆਂ ਜੀ ਅਕਤੂਬਰ ਤੋਂ ਹੀ, ਔਰ ਐਂਟਰੈਂਸ ਟੈਸਟ ਹੁੰਦੇ ਨੇ ਵੱਡੀਆਂ ਕਲਾਸਿਸ ਲਈ ਜਿੰਨੀਆਂ ਕੋਈ ਸੀਟਸ ਅਵੇਲੇਬਲ ਹੋਣ। ਅਤੇ ਹੁਣ +1 ਦੀ ਐਡਮਿਸ਼ਨ ਲਈ ਵੀ ਅਸੀਂ ਪ੍ਰੋਵਿਜ਼ਨਲ ਐਡਮਿਸ਼ਨ ਲਈ ਵੀ ਅਸੀਂ ਓਪਨ ਕਰਤੀ ਹੈ ਰਜਿਸਟ੍ਰੇਸ਼ਨ। ਜਿਹੜੇ ਬੱਚੇ ਵੀ ਐਡਮਿਸ਼ਨ ਲੈਣਾ ਚਾਹਣਗੇ, ਸਾਡੇ ਕੋਲ 3 ਸਟਰੀਮਸ ਨੇ, ਸਾਇੰਸ ਸਟਰੀਮ, ਕਾਮਰਸ ਅਤੇ ਹਿਊਮੈਨਿਟੀਜ਼। ਔਰ ਹਿਊਮੈਨਿਟੀਜ਼ ਦੇ ਵਿੱਚ ਸਾਡਾ ਫੋਕਸ ਹੈਗਾ ਕਿ ਬੱਚੇ CLET ਜਾਂ ਆਪਣੇ ਲਾਅ ਵਾਲੇ ਪਾਸੇ ਜਾਣ, ਔਰ ਉਹਨਾਂ ਦੀ UPSC ਦੀ ਤਿਆਰੀ ਨਾਲ ਹੀ ਅਸੀਂ ਫੋਕਸ ਕਰਦੇ ਹਾਂ। 2 ਪੀਰੀਅਡ ਸਪੈਸ਼ਲੀ ਲੱਗਦੇ ਨੇ ਉਹਨਾਂ 'ਤੇ, ਜਿਹਦੇ 'ਚ ਕਿ ਉਹਨਾਂ ਨੂੰ ਜੇ ਕੋਈ ਐਸਪਾਇਰੈਂਟ ਹੈ ਜਾਂ ਜੇ ਕੋਈ ਇੱਛਾ ਰੱਖਦਾ ਹੈ ਕਿ ਕੰਪੀਟੀਸ਼ਨਸ ਵੱਲ ਜਾਣਾ ਹੈ, ਉਹਦੇ ਲਈ ਵੀ ਅਸੀਂ ਫੈਸਿਲੀਟੇਟ ਕਰਦੇ ਹਾਂ। ਬਾਕੀ ਸਾਇੰਸਿਸ ਲਈ ਸਾਡਾ ਨੀਟ ਦੇ ਗਰੁੱਪ ਵੀ ਚੱਲਦੇ ਨੇ, ਔਰ ਜਿਹੜੇ ਬੱਚੇ NDA ਵੱਲ ਜਾਣਾ ਚਾਹੁੰਦੇ ਨੇ ਅਸੀਂ ਉਹਨਾਂ ਲਈ ਵੀ ਹੈਲਪ ਕਰਦੇ ਹਾਂ ਕਿ ਉਹਨਾਂ ਨੂੰ ਵੀ ਕੋਚਿੰਗ ਦੇ ਰਹੇ ਹਾਂ। ਬਾਕੀ ਛੋਟੀ ਕਲਾਸ ਤੋਂ ਹੀ ਸਾਡੀ ਜਿਹੜੀ ਪੈਟਰਨ ਹੈ ਜਾਂ ਜਿਹੜਾ ਸਾਡਾ ਪੜ੍ਹਾਉਣ ਦਾ ਤਰੀਕਾ ਹੈ ਉਹ ਹੈ ਕਿ ਬੱਚੇ ਦੇ ਵਿੱਚ ਕਿਊਰੀਓਸਿਟੀ ਜਾਂ ਇਨਕੁਇਜ਼ਿਟਿਵਨੈਸ ਹੋਣੀ ਚਾਹੀਦੀ ਹੈ, ਉਸ ਚੀਜ਼ ਦਾ ਸਾਡਾ ਫੋਕਸ ਜ਼ਿਆਦਾ। ਬਾਕੀ ਓਵਰਆਲ ਡਿਵੈਲਪਮੈਂਟ ਲਈ ਐਕਟੀਵਿਟੀਜ਼ ਨੇ, ਸਪੋਰਟਸ ਐਕਟੀਵਿਟੀਜ਼ ਨੇ, ਇੰਟਰ ਸੈਕਸ਼ਨ, ਇੰਟਰਾ ਸੈਕਸ਼ਨ, ਇੰਟਰ ਹਾਊਸ, ਇੰਟਰ ਸਕੂਲ ਕੰਪੀਟੀਸ਼ਨਸ ਬੱਚੇ ਪਾਰਟਿਸਿਪੇਟ ਕਰਦੇ ਨੇ। ਔਰ ਜਿਹੜੇ ਬੱਚੇ ਗੁਰਬਾਣੀ ਵੱਲ ਰੁਝਾਵ ਰੱਖਦੇ ਨੇ ਉਹਨਾਂ ਲਈ ਮਿਊਜ਼ਿਕ ਕਲਾਸਿਸ, ਸਾਡਾ ਜਿਹੜਾ ਡਿਵਿਨਿਟੀ ਡਿਪਾਰਟਮੈਂਟ ਹੈ ਪੂਰੀ ਤਰ੍ਹਾਂ ਕਾਬਿਲ ਹੈ ਕਿ ਉਹਨਾਂ ਨੂੰ ਪੂਰੀ ਤਰ੍ਹਾਂ ਸਕਿੱਲਸ ਡਿਵੈਲਪ ਕਰ ਸਕਣ। ਮੈਡਮ, ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਆ ਸਾਨੂੰ ਮੌਕਾ ਦਿੱਤਾ ਔਰ ਇਸ ਅਕੈਡਮੀ ਨੂੰ ਜਿਹਦੇ ਅੱਜ ਵਰਲਡ ਲੈਵਲ ਦੇ ਉੱਤੇ ਨਾਮ ਹੈਗਾ, ਕੇਵਲ ਇੰਡੀਆ ਜਾਂ ਹਿੰਦੁਸਤਾਨ 'ਚ ਨਹੀਂ ਬਲਕਿ ਸਾਰੇ ਵਰਲਡ ਦੇ ਵਿੱਚ ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਦਾ ਨਾਮ ਬੜੇ ਸ਼ਬਦਾਂ ਨਾਲ ਲਿੱਤਾ ਜਾਂਦਾ। ਤੁਹਾਡਾ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਸ਼ੁਕਰੀਆ ਜੀ। ਕਿ ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਦੇ ਵਿੱਚ ਸੀਵਰੇਜ ਪਲਾਂਟ ਲਗਾਇਆ ਗਿਆ ਹੈਗਾ, ਜਿਹਦੇ ਨਾਲ ਕਿ ਵਾਟਰ ਰੀਸਾਈਕਲ ਹੋ ਕੇ ਦੁਆਰਾਂ ਤੋਂ ਜਿਹੜਾ ਗੰਦਾ ਪਾਣੀ ਹੈਗਾ ਉਹਨੂੰ ਯੂਜ਼ ਕੀਤਾ ਜਾਂਦਾ ਵਿੱਚ ਮਿਲੂਗਾ। ਪਰ ਕਿਉਂਕਿ ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਜਿਹੜੀ ਹੈਗੀ ਹੈ ਇਹਦਾ ਇੱਕ ਸਲੋਗਨ ਹੀ ਇਸੇ ਤਰੀਕੇ ਦਾ ਹੈਗਾ ਕਿ ਅਸੀਂ ਕੋਈ ਵੀ ਚੀਜ਼ ਜਿਹੜੀ ਹੈਗੀ ਆ ਉਹਦੇ 'ਚ ਵੇਸਟੇਜ ਵੀ ਹੈ ਜਿਹੜਾ ਸਾਡਾ ਉਹਨੂੰ ਵੀ ਅਸੀਂ ਵਧੀਆ ਰੀਯੂਜ਼ ਕਰਨਾ।
एनर्जी ऑफ द स्टूडेंट्स। हम देख सकते हैं कि टायर के साथ बच्चा जो है कैसे अपनी एनर्जी को बढ़ा रहा है, कैसे उसकी सारे शरीर की एक्सरसाइज हो रही है। यू कैन सी द एनर्जी लेवल्स ऑफ द स्टूडेंट्स एज दे आर डूइंग। हेलो मैडम। हेलो सर। मैडम से जैसे हम देख रहे हैं कि बच्चे हैं जो टायर को ऐसे ऐसे कर रहे हैं क्योंकि एनर्जी लेवल ड्रिबलिंग द टायर एंड एनर्जी लेवल ऑफ द ऑल द स्टूडेंट्स वी आर सीइंग कि जो तो कर रहे हैं उनका तो बढ़ ही रहा है, लेकिन जो देख रहे हैं उनका भी बढ़ रहा है। और सर बाकी मोटिवेट करते हैं एक दूसरे को बकअप करते हैं ਨਾਲ ਹੋਰ ਵਧੀਆ ਬੱਚੇ ਦੇ ਥੈਂਕਸ ਸੋ ਮਚ ਦੇ ਆਲ ਆਫ ਇਟ। ਜਦੋਂ ਕਬੱਡੀ ਖੇਡ ਰਹੇ ਹੋ ਔਰ એનર્ਜੀ ਦੇ ਲੈਵਲ ਵੱਧ ਰਹੇ ਨੇ, ਕੀ ਕਹਿਣਾ ਚਾਹੋਗੇ ਕਿ ਇੰਡੋ ਕੈਨੇਡੀਅਨ ਦੇ ਵਿੱਚ ਹਮੇਸ਼ਾ ਸਾਡੇ એનર્ਜੀ ਲੈਵਲਸ ਨੂੰ ਉੱਪਰ ਚੱਕਿਆ ਜਾਂਦਾ? ਹਾਂਜੀ ਸਰ, ਕਬੱਡੀ ਖੇਡਣ 'ਚ ਮਜ਼ਾ ਆਉਂਦਾ। ਇੱਥੇ ਕੋਚ ਸਾਹਿਬ ਸਾਰੇ ਵਧੀਆ ਨੇ, ਸਾਰੇ ਵਧੀਆ ਫਿਜ਼ੀਕਲ ਪੀਰੀਅਡ ਲਵਾਉਂਦੇ ਆ ਤੇ ਜੋਸ਼ ਆਉਂਦਾ ਖੇਡਣ ਵੇਲੇ, ਤੇ ਇਹ ਸਕੂਲ ਸਪੋਰਟਸ ਨੂੰ ਬਹੁਤ ਪ੍ਰਮੋਟ ਕਰਦਾ। ਬੇਟਾ ਕਿੱਦਾਂ ਮਹਿਸੂਸ ਕਰਦੇ ਹੋ? ਬਹੁਤ ਵਧੀਆ ਜੀ, ਪਰ ਕੌਨਫੀਡੈਂਸ ਮਿਲਦਾ ਖੇਡ ਕੇ, ਤਾਕਤ ਆਉਂਦੀ ਹੈ ਪੂਰੀ। ਕੌਨਫੀਡੈਂਸ ਮਿਲਦਾ ਜੀ ਖੇਡ ਕੇ। ਇੱਥੇ ਸਿਖਾਉਂਦੇ ਵਧੀਆ ਨੇ ਟੀਚਰਸ, ਆਪਣੇ ਸਿਖਾਉਂਦੇ ਕਰਕੇ ਜਿਹੜਾ ਆਪਣਾ ਗੇਮ ਦੀ ਸਕਿੱਲ ਵੱਧਦੀ ਆ, ਨਾਲੇ ਇਹ ਆਪਣੇ ਪੋਜੀਸ਼ਨਸ ਖੜਾਉਂਦੇ ਨੇ। ਗੇਮਸ ਜ਼ੋਨਲ ਲਵਾ ਦਿੰਦੇ, ਜਿਵੇਂ ਆਪਣੇ ਉਹ ਹੋ ਗਏ ਦੂਜੇ ਗੇਮਸ ਹੋ ਗਈਆਂ ਸਾਰੀਆਂ ਗੇਮਸ, ਜ਼ੋਨਲ ਡਿਸਟ੍ਰਿਕਟ ਸਟੇਟ ਤੱਕ ਸਭ ਕੁਝ ਖੇਡਿਆ ਪ੍ਰੋ ਕਬੱਡੀ ਸਰ। Academy. I'm studying since class nursery. It has been 13 years now in the school, and they have been very supportive in sports. I've been in handball since class 5 and I'm a state level player. बहुत ज़्यादा सपोर्ट करते ने, मतलब शुरू तो स्पोर्ट्स मेल डोमिनेटिंग रही है, बट साडा स्कूल बहुत ज़्यादा सपोर्टिव है टुवर्ड्स फीमेल्स, एंड sports in our schools is more favorable towards girls, and that is what I like about it. The school's very own Guru Nanak Jungle. Commemorating the 550th birth anniversary of Guru Nanak Dev Ji, the school management planted 550 trees adjacent to the school building in Guru Nanak Jungle, which is home to many creatures like honeybees, insects, creatures and birds. This is our very own Guru Nanak Jungle. Commemorating the 550th birth anniversary of Guru Nanak Dev Ji, the school management planted 550 trees adjacent to the school building in Guru Nanak Jungle, which is home to many creatures like honeybees, insects, creatures and birds. We have around 70 buses, and we have access to almost all the areas of Ludhiana, and the parents are happy because their children can be picked up and dropped off very easily. The system on the top of the building can be seen installed, which is a renewable source of energy and generates around 125 kilowatts of electricity. To encourage our students for spiritual practices, we have this wonderful place called Gurdwara Sahib on the top floor of the school, and children come here regularly. And this is our kindergarten area, and our early years bloom here. Our computer lab. Latest tools and technologies where artificial intelligence is being used,
live programming to design AI tools, machine learning technologies for students for their better future, like designing chatbots. You are a student of Amrit Indo-Canadian Academy. How you are feeling? क्या कहना चाहें? I'm feeling really great. It feels amazing to be in this school. And as far as infrastructure is concerned, as far as their way of teaching is concerned, The way of teaching is very, I would say, communicable, because sometimes teachers really help us in our personal life and stuff like that. But ਕਦੇ-ਕਦੇ ਇੱਦਾਂ ਵੀ ਹੁੰਦਾ ਹੈ ਕਿ teachers ਇੰਨੀ ਕੁ ਸਾਡੀ ਹੈਲਪ ਕਰ ਦਿੰਦੇ ਆ, we feel that they are more of our friends. ਸਾਡੇ friends ਸਾਨੂੰ ਜ਼ਿਆਦਾ ਸਾਨੂੰ ਉਹ ਪਿਆਰੇ ਲੱਗਦੇ ਨੇ। ਬੇਟਾ ਜਿੱਦਾਂ ਤੁਸੀਂ ਵੱਡੀਆਂ ਕਲਾਸਾਂ ਦੇ ਸਟੂਡੈਂਟ ਹੋ ਔਰ ਜਿਸ ਤਰੀਕੇ ਦੇ ਨਾਲ ਅੱਜ ਦਾ ਜਿਹੜਾ ਸਿਨੈਰੀਓ ਆ, ਆਪਾਂ ਗੂਗਲ, ਆਪਾਂ ਫੇਸਬੁੱਕ, ਆਪਾਂ ਇੰਸਟਾ, ਆਪਾਂ ਹਰ ਚੀਜ਼ ਦੇ ਉੱਤੇ ਮਾਡਰਨ ਵਰਲਡ ਦੇ ਆਪਾਂ ਅੱਜ ਦੇ ਬੱਚੇ ਹੈਗੇ ਆ। ਔਰ ਜਦੋਂ ਪੜ੍ਹਾਉਣ ਦਾ ਜਿਹੜਾ ਸਟਾਈਲ ਹੈਗਾ ਉਹ ਹੁਣ ਪੁਰਾਣੀਆਂ ਗੱਲਾਂ ਨਹੀਂ ਰਹੀਆਂ ਗਈਆਂ ਵੀ ਪੁਰਾਣੇ ਟੀਚਰ ਆਉਣ ਉਹੀ ਆਪਣਾ ਜਿਹੜਾ ਹੈਗਾ ਲੈਕਚਰ ਦੇਣ। ਅੱਜ ਦਾ ਜਿਹੜਾ ਯੁੱਗ ਹੈਗਾ, ਜਿਸ ਤਰੀਕੇ ਨਾਲ ਟੀਚਰਸ ਜਿਹੜੇ ਹੈਗੇ ਆ ਉਹਨਾਂ ਨੂੰ ਪਤਾ ਵੀ ਸਾਡੇ ਸਟੂਡੈਂਟ ਜਿਹੜੇ ਬੜੇ ਕੰਪੀਟੀਟਿਵ ਨੇ। ਕੀ ਕਹਿਣਾ ਚਾਹੋਗੇ ਕਿ ਇੱਥੋਂ ਦਾ ਜਿਹੜਾ ਸਟਾਫ ਹੈਗਾ ਉਹ ਵੀ ਕੰਪੀਟੀਟਿਵ ਉੱਦਾਂ ਹੀ ਆ ਔਰ ਉਹ ਉਸੇ ਵੇ ਦੇ ਨਾਲ ਪੜ੍ਹਾਉਂਦਾ ਜਿਹਦੇ ਨਾਲ ਸਾਨੂੰ ਮਜ਼ਾ ਵੀ ਆਉਂਦਾ ਔਰ ਅਸੀਂ ਇੰਜੋਏ ਵੀ ਕਰਦੇ ਹਾਂ? ਅਸਲ 'ਚ ਦੇਖਿਆ ਜਾਵੇ ਤਾਂ ਸਾਡੀਆਂ ਕਲਾਸਿਸ ਕਾਫੀ ਓਰੀਐਂਟਡ ਹੁੰਦੀਆਂ ਨੇ। ਟੀਚਰਸ ਨਾਲ ਸਾਡੀ ਕਮਿਊਨੀਕੇਸ਼ਨ ਕਾਫੀ ਸਹੀ ਹੁੰਦੀ ਹੈ। ਅਸੀਂ ਮੋਸਟ ਆਫ ਦ ਟਾਈਮ ਕਲਾਸ 'ਚ ਕਾਫੀ ਕੰਫਰਟੇਬਲ ਫੀਲ ਕਰਦੇ ਹਾਂ। ਐਂਡ ਟੀਚਰਸ ਦੀ ਜੇ ਕੰਪੀਟੈਂਸ ਬਾਰੇ ਗੱਲ ਕੀਤੀ ਜਾਵੇ, ਦੇ ਆਰ ਵੈਰੀ ਪਰਫੈਕਟ। ਅਸੀਂ ਉਹਨਾਂ ਤੋਂ ਅੱਗੇ ਇਮੈਜਿਨ ਨਹੀਂ ਕਰ ਸਕਦੇ, ਬਿਕੋਜ਼ ਸਿੰਪਲੀ ਕਿਉਂਕਿ ਇੱਕ ਤਾਂ ਉਹ ਫਰੈਂਡਸ ਦੀ ਤਰ੍ਹਾਂ ਸਾਨੂੰ ਟਰੀਟ ਕਰਦੇ ਨੇ। ਕਲਾਸਿਸ ਵਿੱਚ ਮੋਸਟਲੀ ਅਸੀਂ ਜਦੋਂ ਵੀ ਡਾਊਟਸ ਵਗੈਰਾ ਕਲੀਅਰ ਕਰਨੇ ਹੁੰਦੇ ਆ, ਦੇ ਆਰ ਆਲਵੇਜ਼ ਦੇਅਰ ਫॉर ਅਸ। ਮੋਰ ਓਵਰ ਜੇ ਸਾਡੇ 'ਚ ਕੋਈ ਇੱਦਾਂ ਪ੍ਰੋਬਲਮ ਆ ਸਾਡੀ ਲਾਈਫ 'ਚ, ਕੋਈ ਲੈਟਸ ਸੇ ਸਮ ਫਰੈਂਡਸ ਵਿੱਚ ਪ੍ਰੋਬਲਮ ਆ ਗਈ, ਕੁਛ ਵੀ ਇੱਦਾਂ ਕਲਾਸ 'ਚ ਹੋ ਗਿਆ, ਦੇ ਆਰ ਵੈਰੀ ਹੈਲਪਫੁਲ। ਉਹ ਸਾਨੂੰ ਕਾਫੀ ਸਜੈਸ਼ਨਸ ਦਿੰਦੇ ਆ ਸਾਡੀ ਪਰਸਨਲ ਲਾਈਫ ਬਾਰੇ, ਅੱਗੇ ਸਾਨੂੰ ਮੋਰਲ ਵੈਲਿਊਜ਼, ਐਥਿਕਸ, ਕਾਫੀ ਕੁਛ ਸਾਨੂੰ ਇੱਦਾਂ ਦੱਸਦੇ ਆ। ਸੋ ਆਈ ਵੁੱਡ ਸੇ ਦੇ ਆਰ ਵੈਰੀ ਕੰਪੀਟੈਂਟ। I will say right from the beginning ਇਹ ਜਿਹੜਾ ਇੰਸਟੀਟਿਊਸ਼ਨ ਹੈਗਾ, ਇਹ ਸਕੂਲ ਜਿਹੜਾ ਹੈਗਾ, ਸਵੇਰ ਤੋਂ ਜਦੋਂ ਤੁਹਾਨੂੰ ਪ੍ਰੇਅਰ ਹੁੰਦੀ ਆ ਉਹਦੇ 'ਚ એનર્ਜੀ ਲੈਵਲ ਜਿਹੜੇ ਤੁਹਾਡੇ ਹਾਈ ਕਰਨੇ ਸ਼ੁਰੂ ਕਰ ਦਿੰਦਾ, ਐਥੀਕਲੀ, ਮੋਰਲੀ। ਕੀ ਕਹਿਣਾ ਚਾਹੋਗੇ? ਲਾਈਕ ਸਟਾਰਟਿੰਗ ਵਿੱਚ ਸਾਡੇ ਸਕੂਲ ਵਿੱਚ ਸਭ ਤੋਂ ਪਹਿਲਾਂ ਮਾਰਨਿੰਗ ਅਸੈਂਬਲੀ ਹੁੰਦੀ ਹੈ, ਜਿਹਦੇ ਵਿੱਚ ਅਸੀਂ ਸ਼ਬਦ ਗਾਇਨ, ਸਕੂਲ ਵਿੱਚ ਸ਼ਬਦ ਗਾਇਨ ਹੁੰਦਾ ਹੈ ਅਤੇ ਆਪਾਂ ਨੂੰ ਮਤਲਬ ਮੂਲ ਮੰਤਰ ਹੁੰਦਾ ਹੈ। ਮੈਮ ਇੰਗਲਿਸ਼ ਪ੍ਰੇਅਰ ਕਰਦੇ ਨੇ। ਮੈਮ ਅਗਰ ਕੋਈ ਨਿਊ ਜਿਵੇਂ ਅਗਰ ਆਪਣੇ ਸਕੂਲ ਦੇ ਕੰਪੀਟੀਸ਼ਨਸ ਵਿੱਚ ਅਗਰ ਜਿੱਤੇ ਹੋਈਏ, ਅਗਰ ਆਪਣੇ ਕਲਾਸ ਸਕੂਲ ਵਿੱਚ ਕਾਫੀ ਕੰਪੀਟੀਸ਼ਨਸ ਹੁੰਦੇ ਨੇ, ਉਹਦੇ ਰਿਜ਼ਲਟ ਮਾਰਨਿੰਗ ਅਸੈਂਬਲੀ ਵਿੱਚ ਦੱਸੇ ਜਾਂਦੇ ਨੇ। ਐਂਡ ਵੀ ਫੀਲ ਸੋ obliged that after listening the prayer we will become more confident because ਉਹਨਾਂ ਨੇ ਜਦੋਂ ਮਤਲਬ ਮੈਮ ਹਮੇਸ਼ਾ ਇੰਗਲਿਸ਼ ਪ੍ਰੇਅਰ ਦੱਸਦੇ ਨੇ, ਉਹਦੇ ਵਿੱਚ ਕਾਫੀ ਚੀਜ਼ਾਂ ਹੁੰਦੀਆਂ ਨੇ ਜੋ ਕਿ ਸਾਨੂੰ ਮੋਟੀਵੇਟ ਕਰਦੀਆਂ ਨੇ ਆਪਣਾ ਦਿਨ ਸ਼ੁਰੂਆਤ ਕਰਨ ਲਈ। ਐਂਡ ਓਬਵੀਅਸਲੀ ਵੀਲ ਸਟਾਰਟ ਦ ਡੇ ਵਿਦ ਦ ਗੋਡ, ਵਿਦ ਦ ਨੇਮ ਆਫ ਗੋਡ। ਓਬਵੀਅਸਲੀ ਆਰ ਡੇ ਗੋਜ਼ ਵੈਰੀ ਵੈਲ ਐਂਡ ਆਫਟਰ ਮਾਰਨਿੰਗ ਅਸੈਂਬਲੀ ਵੀ ਸਟਾਰਟ ਵਿਦ ਆਰ ਕਲਾਸਿਸ। ਬਟ ਇਹ ਸਕੂਲ ਜਿਹੜਾ ਕੇਵਲ ਵਿਦਿਆ ਦਾ ਦਾਨ ਹੀ ਨਹੀਂ, ਉਹਦੇ ਨਾਲ ਨਾਲ ਕਲਚਰਲ ਐਕਟੀਵਿਟੀਜ਼, ਉਹਦੇ ਨਾਲ ਨਾਲ ਗੇਮਸ, ਉਹਦੇ ਨਾਲ ਨਾਲ ਵੈਲਿਊਜ਼, ਇੱਕ ਸਮੇਲ ਹੈ ਹਰ ਚੀਜ਼ ਦਾ। ਕੀ ਕਹਿਣਾ ਚਾਹੋਗੇ? ਜੀ ਸਾਡਾ ਸਕੂਲ, ਆਈ ਐਮ ਵੈਰੀ ਲੱਕੀ ਟੂ ਬੀ ਅ ਪਾਰਟ ਆਫ ਦਿਸ ਅਕੈਡਮੀ, ਕਿਉਂਕਿ ਇਹਦੇ ਵਿੱਚ ਨਾਟ ਓਨਲੀ ਸਟੱਡੀ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈ, ਬਲਕਿ ਹਰ ਚੀਜ਼ ਨੂੰ ਪ੍ਰੈਫਰੈਂਸ ਦਿੰਦੇ ਆ। ਜਿਹੜੇ ਸਾਡੇ ਡਾਇਰੈਕਟਰ ਸਰ ਨੇ, ਨਵਜੋਤ ਸਰ, ਈਵਨ ਕਿ ਉਹ ਪਰਸਨਲ ਲੈਕਚਰਸ ਲੈਂਦੇ ਆ ਸਾਡੇ ਨਾਲ ਕਲਾਸਿਸ 'ਚ ਆ ਕੇ। ਨਾਟ ਅਬਾਊਟ ਓਨਲੀ ਬੁੱਕਿਸ਼ ਪੜ੍ਹਾਈ ਨਹੀਂ ਹੁੰਦੀ ਸਿਰਫ, ਸਾਡੇ ਵਰਲਡ 'ਚ ਕੀ ਚੱਲ ਰਿਹਾ ਵਾ, ਇਕਨੋਮਿਕ ਚੀਜ਼ਾਂ ਨੂੰ ਲੈ ਲਓ, ਪੋਲੀਟੀਕਲ, ਸਭ ਕੁਝ ਉਹ ਡਿਸਕਸ ਕਰਦੇ ਆ। ਸਿਰਫ ਨਵਜੋਤ ਸਰ ਦੇ ਜਿਹੜੇ ਐਫਰਟਸ ਨੇ ਕਿ ਉਹ ਵਰਲਡ ਬਾਰੇ ਸਾਨੂੰ ਸਭ ਕੁਝ ਸਮਝਾਉਂਦੇ ਆ, ਉਹਦੇ ਕਰਕੇ ਹੀ ਅਸੀਂ ਜਿਹੜੀ ਆਊਟਰ ਨੌਲੇਜ ਹੈ ਉਹਨੂੰ ਚੀਜ਼ ਨੂੰ ਅਸੀਂ ਲੈ ਪਾ ਰਹੇ ਹਾਂ। ਐਂਡ ਜੇ ਟੀਚਰਸ ਦੀ ਗੱਲ ਕੀਤੀ ਜਾਵੇ, ਦੇ ਆਰ ਵੈਰੀ ਕੌਨਫੀਡੈਂਟ। ਜੋ ਉਹ ਪੜ੍ਹਾਉਂਦੇ ਨੇ, ਬਿਲਕੁਲ ਵੀ ਨਹੀਂ ਲੱਗਦਾ ਕਿ ਉਹ ਸਾਡੇ ਟੀਚਰਸ ਹੈ, ਉਹ ਸਾਡੇ ਨਾਲ ਇੱਕ ਫੈਮਿਲੀ ਮਾਹੌਲ ਦੀ ਤਰ੍ਹਾਂ ਰਹਿੰਦੇ ਆ। ਇਹ ਸਕੂਲ ਸਾਡੇ ਵਾਸਤੇ ਜਸਟ ਇੱਕ ਸਕੂਲ ਨਹੀਂ ਹੈ, ਜਿਵੇਂ ਤੁਸੀਂ ਕਿਹਾ ਕਿ ਸਿਰਫ ਵਿੱਦਿਆ ਦਾ ਦਾਨ ਨਹੀਂ ਹੁੰਦਾ, ਇੱਥੇ ਸੋਸ਼ਲ ਲੈ ਲਓ, ਕਲਚਰ, ਪੋਲੀਟੀਕਲ, ਸਭ ਕੁਝ ਦਾ ਮਿਕਸਚਰ ਹੈ। ਐਂਡ ਆਈ ਐਮ ਵੈਰੀ ਥੈਂਕਫੁਲ ਜੋ ਸਾਡੇ ਨਵਜੋਤ ਸਰ ਹੈ, ਪ੍ਰਿੰਸੀਪਲ ਮੈਮ, ਟੀਚਰਸ, ਉਹ ਸਾਨੂੰ ਹਰ ਚੀਜ਼ ਪ੍ਰੋਵਾਈਡ ਕਰਦੇ ਆ। ਬੇਟਾ ਕੀ ਕਹਿਣਾ ਚਾਹੋਗੇ ਕਿ ਜਿੱਦਾਂ ਇਹ ਸਕੂਲ ਦੇ ਵਿੱਚ ਆਪਾਂ ਦੇਖਿਆ ਕਿ ਸੀਵਰੇਜ ਪਲਾਂਟ, ਕਿਉਂਕਿ ਇਹ ਸਕੂਲ ਐਸਾ ਸਕੂਲ ਹੈ ਜਿਹਦੇ ਵਿੱਚ ਗੰਦਗੀ ਜਿਹੜੀ ਹੈਗੀ ਆ, ਬੱਚਿਆਂ ਨੂੰ ਪਹਿਲਾਂ ਤੋਂ ਹੀ ਸਿਖਾਇਆ ਜਾਂਦਾ ਕਿ ਤੁਸੀਂ ਕਿੱਦਾਂ ਸਵਿਚ ਰਹਿਣਾ ਹੈਗਾ, ਕਿੱਦਾਂ ਤੁਸੀਂ ਸਾਫ਼ ਸੁਥਰੇ ਬਣ ਕੇ ਰਹਿਣਾ, ਕਿੱਦਾਂ ਤੁਸੀਂ ਡੇਲੀ ਆਪਣਾ ਯੂ ਹੈਵ ਟੂ ਗੋ ਫਾਰ ਅ ਬਾਥ ਡੇਲੀ, ਜਿੱਦਾਂ ਤੁਸੀਂ ਆਪਣੇ ਆਪ ਨੂੰ ਐਨਰਜੈਟਿਕ ਬਣਾਉਣਾ ਹੈਗਾ, ਜਿੱਦਾਂ ਪਰਸਨੈਲਿਟੀ ਡਿਵੈਲਪਮੈਂਟ ਹੈਗੀ ਆ,
ਉਹਦੇ ਨਾਲ ਜਿੱਦਾਂ ਗੰਦੀ ਜਿਹੜੀ ਜੋ ਵੀ ਆਪਣਾ ਗੰਦ ਹੈਗਾ, ਕਿਉਂਕਿ ਹਰ ਜਗ੍ਹਾ ਤੇ ਉਹਨੂੰ ਟ੍ਰੀਟਮੈਂਟ ਜਦੋਂ ਇੱਥੇ ਪਲਾਂਟ ਲੱਗਿਆ ਹੈਗਾ ਤੇ ਸਾਨੂੰ ਇੱਕ ਸੀ ਮੋਟੀਵੇਟ ਹੁੰਦੇ ਹਾਂ ਕਿ ਜਿਹੜੀ ਵੀ ਚੀਜ਼ ਹੈਗੀ ਆ ਉਹ ਇੱਕ ਪੋਜ਼ਿਟਿਵ ਵੇ ਦੇ ਨਾਲ, ਇੱਕ ਪਾਸੇ ਤਾਂ ਉਹ ਗੰਦਾ ਪਾਣੀ ਹੋ ਗਿਆ, ਇੱਕ ਪਾਸੇ ਟ੍ਰੀਟਮੈਂਟ ਤੋਂ ਬਾਅਦ ਉਹ ਯੂਜ਼ੇਬਲ ਪਾਣੀ ਹੋ ਗਿਆ। ਕੀ ਕਹਿਣਾ ਚਾਹੋਗੇ? ਜਿਵੇਂ ਕਿ ਤੁਹਾਡਾ ਕੁਐਸਚਨ ਬਹੁਤ ਰਾਈਟ ਹੈ। ਜਿਵੇਂ ਕਿ ਟੀਚਰਸ ਨੇ ਸਾਨੂੰ ਇਹ ਚੀਜ਼ ਸਿਖਾਈ ਹੋਈ ਹੈ ਕਿ ਪਲਾਂਟ ਮੋਰ ਐਂਡ ਮੋਰ ਟਰੀਜ਼। ਸੋ ਜਿਹੜੇ ਟੀਚਰਸ ਹੈ ਉਹਨਾਂ ਦੀ ਵੀ ਟ੍ਰੇਨਿੰਗ ਸਟਾਫ ਅਪਰ ਸਟਾਫ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਹੋਈ ਹੈ ਕਿ ਇਸ ਚੀਜ਼ ਤੁਸੀਂ ਬੱਚਿਆਂ ਨੂੰ ਸਿਖਾਓਗੇ। ਟੀਚਰਸ ਆਪਣੇ ਆਪ 'ਚ ਇੰਨੇ ਕੌਨਫੀਡੈਂਟ ਹੈਗੇ ਆ ਕਿ ਸਾਨੂੰ ਸਿਖਾ ਸਕਦੇ ਉਹ ਚੀਜ਼। ਸੋ ਉਹੀ ਵੈਲਿਊਜ਼ ਅਸੀਂ ਇਨਕਲਕੇਟ ਵੀ ਕਰ ਰਹੇ ਹਾਂ। ਬੇਟਾ ਜਿੱਦਾਂ ਸੋਲਰ ਪਲਾਂਟ ਲੱਗੇ ਹੋਏ ਨੇ ਔਰ ਬਹੁਤ ਹੀ ਵਧੀਆ ਜਿਹੜਾ ਹੈਗਾ ਇੱਥੇ ਗਾਰਡਨ ਹੈਗਾ, ਤੁਹਾਨੂੰ ਜੰਗਲ ਜਿਹੜਾ ਹੈਗਾ ਬਣਾ ਕੇ ਪੇਸ਼ ਕੀਤਾ ਗਿਆ ਹੈਗਾ। ਕੀ ਕਹਿਣਾ ਚਾਹੋਗੇ ਕਿ ਸੋਲਰ એનર્ਜੀ ਜਿਹੜੀ ਹੈਗੀ ਆ, ਜਿਸ ਤਰੀਕੇ ਨਾਲ ਆਪਾਂ ਦੇਖ ਰਹੇ ਹਾਂ ਕਿ ਅੱਜ ਆਪਾਂ ਨੂੰ ਵਾਤਾਵਰਣ ਦੀ ਨਾਲ ਪੋਜ਼ਿਟਿਵਿਟੀ ਜਿਹੜੀ ਚਾਹੀਦੀ ਹੈ, ਔਰ ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਦਾ ਮਤਲਬ ਇਹ ਹੈ ਕਿ ਅਸੀਂ ਵਾਤਾਵਰਣ ਨੂੰ ਪੋਜ਼ਿਟਿਵਨੈਸ ਦੇਣੀ ਹੈਗੀ ਆ। ਉਹਨੂੰ ਉਦੇਸ਼ਾਂ ਨੂੰ ਲੈ ਕੇ ਸੋਲਰ ਪਲਾਂਟ ਲੱਗੇ ਨੇ, ਜਿਹਦੇ ਨਾਲ ਕਿ ਬਿਜਲੀ ਜਿਹੜੀ ਹੈਗੀ ਆ ਉਹ ਸੋਲਰ ਦੇ ਨਾਲ ਬਣ ਰਹੀ ਹੈਗੀ ਆ। ਔਰ ਜਿੱਦਾਂ ਆਪਾਂ ਦੇਖਿਆ ਜੰਗਲ ਬਣਾਇਆ ਹੈਗਾ, ਉਹਨਾਂ ਦਾ ਮਤਲਬ ਇਹ ਹੈ ਕਿ ਆਕਸੀਜਨ ਦੀ ਵੈਲਿਊ ਵੀ ਤੁਹਾਨੂੰ ਪਤਾ ਚੱਲੇ ਔਰ ਤੁਹਾਨੂੰ ਪਤਾ ਚੱਲੇ ਕਿੱਦਾਂ ਦੀ ਲਾਈਫ ਜਿਹੜੀ ਹੈਗੀ ਆ ਯੂ ਹੈਵ ਟੂ ਲੀਡ। ਹਾਂਜੀ, ਸਾਡੇ ਸਕੂਲ ਦੇ ਵਿੱਚ ਸੋਲਰ ਪਲਾਂਟਸ ਲੱਗੇ ਹੋਏ ਆ। ਇਹਦੇ ਵਿੱਚ ਸਾਨੂੰ ਆ ਵੀ ਦੱਸਦੇ ਆ ਵੀ ਅਸੀਂ એનર્ਜੀ ਨੂੰ ਕਿਵੇਂ ਕੰਜ਼ਰਵ ਕਰਨਾ ਹੈ, ਅਸੀਂ ਪਾਣੀ ਕਿਵੇਂ ਸੇਵ ਕਰਨਾ ਹੈ। ਸਾਨੂੰ ਸਾਰਾ ਕੁਝ ਸਕੂਲ ਦੇ ਟੀਚਰਸ, ਸਾਨੂੰ ਸਾਰੀ ਮੈਨੇਜਮੈਂਟ ਸਾਰਾ ਕੁਝ ਸਮਝਾਉਂਦੇ ਆ। ਇਹਦੇ ਨਾਲ ਅਸੀਂ ਮਤਲਬ ਕਿ ਆਪਣੀ ਲਾਈਫ ਦੇ ਵਿੱਚ ਵੀ ਇਹੋ ਜਿਹੀਆਂ ਚੀਜ਼ਾਂ ਨੂੰ ਉਹ ਕਰ ਸਕਦੇ ਹਾਂ। ਔਰ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਨੂੰ ਖੁਦ ਨੂੰ ਮਤਲਬ ਜਿਹੜਾ ਹੈਗਾ, ਜਿੱਦਾਂ 4 ਹਾਊਸ ਬਣੇ ਹੋਏ ਨੇ, ਹਾਊਸਾਂ ਦੇ ਵਿੱਚ ਆਪਸ ਦੇ ਵਿੱਚ ਮੁਕਾਬਲੇ, ਮਤਲਬ ਹਮੇਸ਼ਾ ਤੁਹਾਨੂੰ ਇੱਕ ਭਾਵਨਾ ਇਹ ਰਹਿੰਦੀ ਹੈ ਕਿ ਅਸੀਂ ਹਮੇਸ਼ਾ ਇੱਕ ਪੋਜ਼ਿਟਿਵਿਟੀ ਸਾਡੇ ਮਾਈਂਡ ਦੇ ਵਿੱਚ, ਇੱਕ એનર્ਜੀ ਸਾਡੇ ਮਾਈਂਡ ਦੇ ਵਿੱਚ ਅੱਖਾਂ 'ਚ ਰਹਿੰਦੀ। ਹਾਂਜੀ, ਇਹ ਸਾਨੂੰ ਸਾਡੀ ਲਾਈਫ ਦੇ ਵਿੱਚ ਇੰਟਰਵਿਊਜ਼ ਵਾਸਤੇ ਜਾਂ ਕੰਪੀਟੀਸ਼ਨਸ ਵਾਸਤੇ ਸਾਨੂੰ ਕੌਨਫੀਡੈਂਟ ਮਿਲਦਾ ਹੈ ਜਦੋਂ ਅਸੀਂ ਇੱਕ ਦੂਸਰੇ ਨਾਲ ਸਕੂਲ ਦੇ ਵਿੱਚ ਕੰਪੀਟ ਕਰਦੇ ਹਾਂ। ਜਦੋਂ ਸਾਨੂੰ ਮਤਲਬ ਅਸੀਂ ਕਿਸੇ ਪੋਜੀਸ਼ਨ ਵਗੈਰਾ 'ਤੇ ਆਉਂਦੇ ਹਾਂ, ਸਾਡੇ ਵਿੱਚ ਹੋਰ ਮੋਟੀਵੇਸ਼ਨ ਆਉਂਦੀ ਹੈ ਵੀ ਅਸੀਂ ਕਿਸੇ ਹੋਰ ਕੰਪੀਟੀਸ਼ਨ ਦੇ ਵਿੱਚ ਵੀ ਇੱਦਾਂ ਪਾਰਟਿਸਿਪੇਟ ਕਰਦੇ ਹਾਂ। ਬੇਟਾ ਕੀ ਕਹਿਣਾ ਚਾਹੋਗੇ ਕਿ ਇਹ ਸਕੂਲ ਜਿਹੜਾ ਹੈਗਾ ਉਹ ਗਰਲ ਕੈਂਡੀਡੇਟਸ ਨੂੰ ਇੱਕ ਐਸੀ ਭਾਵਨਾ ਪੈਦਾ ਕਰਦਾ ਕਿ ਸਾਡੇ 'ਚ એનર્ਜੀ ਆਉਂਦੀ ਹੈਗੀ ਆ, ਸਾਨੂੰ ਲੱਗਦਾ ਕਿ ਅਸੀਂ ਸਮਾਜ ਦੇ ਵਿੱਚ ਖੜ ਸਕਦੇ ਹਾਂ, ਅਸੀਂ ਕੰਪੀਟੀਸ਼ਨ ਲੜ ਸਕਦੇ ਹੈਗੇ ਹਾਂ, ਅਸੀਂ ਅਬਲਾ ਨਹੀਂ ਗਏ ਬਲਕਿ ਅਸੀਂ ਝਾਂਸੀ ਦੀ ਰਾਣੀ ਵਾਂਗੂ, ਅਸੀਂ ਰਾਣੀ ਲక్ష్ਮੀਬਾਈ ਵਾਂਗੂ ਜਿਹੜਾ ਹੈਗਾ ਸਾਡੇ 'ਚ ਜਿਹੜਾ ਕੌਨਫੀਡੈਂਸ ਪੈਦਾ ਕਰਦਾ। ਹਾਂਜੀ, ਸਾਡੇ ਸਕੂਲ ਵਾਲੇ ਜਿਹੜੇ ਗਰਲਸ ਕੈਂਡੀਡੇਟ ਹੈ ਉਹਨਾਂ ਨੂੰ ਬਹੁਤ ਪ੍ਰਮੋਟ ਕਰਦੇ ਆ ਅਤੇ ਉਹਨਾਂ ਨੂੰ ਹੌਸਲਾ ਦਿੰਦੇ ਆ ਕਿ ਉਹ ਅੱਗੇ ਆਉਣ। ਅਤੇ ਸਾਨੂੰ ਇੱਥੇ ਕਿਸੇ ਤੋਂ ਘੱਟ ਨਹੀਂ ਦਿਖਾਇਆ ਜਾਂਦਾ ਅਤੇ ਹਮੇਸ਼ਾ ਸਾਨੂੰ ਇਕੁਅਲ ਰੱਖਿਆ ਜਾਂਦਾ ਅਤੇ ਹਰ ਇੱਕ ਕੰਪੀਟੀਸ਼ਨਸ 'ਚ ਵੀ ਪਾਰਟਿਸਿਪੇਟ ਕਰਾਇਆ ਜਾਂਦਾ। ਈਵਨ ਕਿ ਗਰਲਸ ਨੂੰ ਹੋਰ ਵੀ ਜ਼ਿਆਦਾ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਸਕੂਲ 'ਚ, ਜਿਹੜਾ ਕਿ ਬਹੁਤ ਚੰਗੀ ਗੱਲ ਹੈ ਅਤੇ ਜਿਹਦੇ ਨਾਲ ਇਕੁਐਲਿਟੀ ਪ੍ਰਮੋਟ ਹੁੰਦੀ ਹੈ ਕਿ ਬॉयਜ਼ ਅਤੇ ਗਰਲਸ 'ਚ ਕੋਈ ਫਰਕ ਨਹੀਂ। ਤੁਸੀਂ ਜੀ ਕੀ ਕਹਿਣਾ ਚਾਹੋਗੇ ਕਿ ਵਾਟਰ ਟ੍ਰੀਟਮੈਂਟ ਪਲਾਂਟ ਜਿਹੜਾ ਇੱਥੇ ਲੱਗਿਆ ਹੈਗਾ, ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਕੋਈ ਵੀ ਬਾਹਰੋਂ ਆਉਂਦਾ ਤਾਂ ਉਹ ਇੱਕ ਸਕੂਲ ਦੀ ਜਾਨ ਬਣ ਗਈ ਹੈ। ਜਦੋਂ ਕਿ ਬੰਦਾ ਬਾਹਰੋਂ ਆਉਂਦਾ ਦੇਖਦਾ ਕਹਿੰਦਾ ਯਾਰ ਸਕੂਲਾਂ 'ਚ, ਕਿਉਂਕਿ ਆਮ ਤੌਰ 'ਤੇ ਆਪਾਂ ਦੇਖਿਆ ਕਿ ਸਕੂਲਾਂ ਵਾਲੇ ਇਸ ਚੀਜ਼ 'ਤੇ ਧਿਆਨ ਨਹੀਂ ਰੱਖਦੇ, ਪਰ ਜਿਹੜੀ ਇਹ ਅਕੈਡਮੀ ਹੈਗੀ ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ, ਇਹਦਾ ਸਲੋਗਨ ਹੀ ਇਹ ਆ ਕਿ ਅਸੀਂ ਵਾਤਾਵਰਨ ਨੂੰ ਵਧੀਆ ਬਣਾਉਣਾ ਹੈਗਾ ਔਰ ਲੋਕਾਂ ਨੂੰ, ਆਪਣੇ ਬੱਚਿਆਂ ਨੂੰ ਇੱਕ ਪੋਜ਼ਿਟਿਵਿਟੀ ਦੇਣੀ। ਦੇਖੋ ਜੀ, ਜੇ ਦੇਖਿਆ ਜਾਵੇ ਇੱਕ ਹੁੰਦਾ ਜਿਹੜਾ ਟ੍ਰੈਂਡ ਫੋਲੋ ਕਰਦਾ, ਇੱਕ ਹੁੰਦਾ ਜਿਹੜਾ ਟ੍ਰੈਂਡ ਸੈਟਰ ਹੁੰਦਾ। ਹੁਣ ਇਹ ਸਾਨੂੰ ਦੇਖਣਾ ਪਏਗਾ ਕਿ ਅਸੀਂ ਜਾਂ ਟ੍ਰੈਂਡ ਫੋਲੋ ਕਰੀ ਚੱਲੀਏ ਜਿਹੜੇ ਪੁਰਾਣੇ ਬਣੇ ਹੋਏ ਨੇ, ਜਾਂ ਤਾਂ ਅਸੀਂ ਟ੍ਰੈਂਡ ਸੈਟਰ ਬਣੀਏ ਕਿ ਜਿਹੜੇ ਟ੍ਰੈਂਡ ਸ਼ੁਰੂ ਕਰਦੇ ਨੇ। ਆਪਣੇ ਸਕੂਲ ਨੇ ਇਹ ਟ੍ਰੈਂਡ ਸ਼ੁਰੂ ਕੀਤਾ ਕਿ ਵਾਟਰ ਸੀਵਰੇਜ ਦਾ ਲਿਆ ਜਿਹੜਾ ਉਹਨਾਂ ਨੇ ਬਣਾਇਆ। ਹੁਣ ਇਹ ਡਿਫਰੈਂਟ ਸੈਕਸ਼ਨ ਦੇ ਵਿੱਚ ਡਿਵਾਈਡ ਕੀਤਾ ਗਿਆ। ਪਹਿਲਾਂ ਤਾਂ ਸਾਡੇ ਸਕੂਲ ਦਾ ਜਿੰਨਾ ਵੀ ਵੇਸਟ ਹੁੰਦਾ ਹੈਗਾ ਇਹ ਇੱਕ ਜਗ੍ਹਾ 'ਤੇ ਇਕੱਠਾ ਕੀਤਾ ਜਾਂਦਾ। ਇਹ ਜ਼ਮੀਨ ਦੇ ਅੰਦਰ ਹੀ ਇੱਕ ਟੈਂਕ ਬਣਾਇਆ ਹੋਇਆ 1000 ਲੀਟਰ ਦਾ, ਜਿਹਦੇ ਅੰਦਰ ਇਹ ਇਕੱਠਾ ਹੁੰਦਾ ਪਹਿਲਾਂ। ਫਿਰ ਉਸ ਤੋਂ ਬਾਅਦ ਇੱਕ ਬਲੋਅਰ ਬਾਹਰ ਲਗਾਇਆ ਗਿਆ ਜਿੱਥੋਂ ਇਹ ਸਾਰਾ ਵੇਸਟ ਪਹਿਲਾਂ ਇੱਕ ਹੋਰ ਸੈਕਸ਼ਨ ਦੇ ਅੰਦਰ ਜਾਇਆ ਜਾਂਦਾ, ਜਿਹਦੇ ਅੰਦਰ ਜਿਹੜਾ ਕਿ ਜ਼ਿਆਦਾ ਭਾਰੀ ਗੰਦ ਹੋਏਗਾ ਜਾਂ ਵੇਸਟ ਹੋਏਗਾ ਉਹ ਥੱਲੇ ਰਹਿ ਜਾਂਦਾ ਅਤੇ ਜਿਹੜਾ ਪਾਣੀ ਹੁੰਦਾ ਉਹ ਥੋੜ੍ਹਾ ਉੱਤੇ ਆ ਜਾਂਦਾ। ਉਸ ਤੋਂ ਬਾਅਦ ਉਹ ਸੈਕਸ਼ਨ ਤੋਂ ਇੱਕ ਅੱਗੇ ਹੋਰ ਕਲੋਰੀਫਿਕੇਸ਼ਨ ਲਈ ਜਾਂਦਾ ਹੈਗਾ, ਜਿਹਦੇ ਅੰਦਰ ਉਹ ਜਿੰਨੀ ਵੀ ਇੰਪਿਊਰਿਟੀਜ਼ ਹੁੰਦੀਆਂ ਨੇ ਉਹ ਸਾਰੀਆਂ ਸਾਫ਼ ਕਰਕੇ ਜਿਹੜਾ ਥੋੜ੍ਹਾ ਜਿਹਾ ਹੋਰ ਸਾਫ਼ ਪਾਣੀ ਹੋ ਜਾਂਦਾ ਉਹ ਥੋੜ੍ਹਾ ਹੋਰ ਉੱਤੇ ਰਹਿ ਜਾਂਦਾ ਹੈਗਾ। ਉਸ ਤੋਂ ਬਾਅਦ ਇੱਕ ਜਿਹੜਾ ਫਾਈਨਲ ਸੈਕਸ਼ਨ ਆਉਂਦਾ ਹੈਗਾ ਜਿਹਦੇ ਅੰਦਰ ਜਿਹੜਾ ਉੱਤੇ ਰਹਿ ਗਿਆ ਹੁੰਦਾ ਪਾਣੀ, ਉਹ 'ਚ ਹਜੇ ਵੀ ਕੁਛ ਗੰਦ ਜਾਂ ਇੰਪਿਊਰਿਟੀਜ਼ ਬਚੀਆਂ ਹੁੰਦੀਆਂ ਨੇ, ਜਿਹਦੇ ਅੰਦਰ ਥੋੜ੍ਹਾ ਹੋਰ ਕੈਮੀਕਲ ਨਾਲ ਟਰੀਟਮੈਂਟ ਕੀਤਾ ਜਾਂਦਾ, ਜਿਹਦੇ ਨਾਲ ਇਹ ਪੂਰਾ ਹੀ ਯੂਜ਼ ਕਰਨ ਲਈ ਪਾਣੀ ਬਣ ਜਾਂਦਾ। ਇਹ ਬੇਸਿਕਲੀ ਪੀਣ ਲਈ ਤਾਂ ਨਹੀਂ ਹੈਗਾ, ਪਰ ਆਪਾਂ ਇਹਨਾਂ ਨੂੰ ਜਿਵੇਂ ਫਸਲ ਉਗਾਉਣ 'ਚ ਜਾਂ ਕਿਸੇ ਹੋਰ ਪਲਾਂਟ ਦੀ ਗਰੋਥ ਲਈ ਆਪਾਂ ਜ਼ਰੂਰ ਯੂਜ਼ ਕਰ ਸਕਦੇ ਹਾਂ। ਕਿੱਦਾਂ ਮਹਿਸੂਸ ਕਰਦਾ ਫਿਰ ਇਹ ਸਕੂਲ ਦੇ ਵਿੱਚ ਆ ਕੇ, ਜਿੱਦਾਂ ਛੁੱਟੀ ਦਾ ਟਾਈਮ ਆ ਪਰ એનર્ਜੀ ਤੁਹਾਡੇ ਸਾਰੇ ਬੱਚਿਆਂ ਦੇ ਵਿੱਚ ਆਉਂ ਆ, ਜਿਵੇਂ ਹਾਲੇ ਤੁਸੀਂ ਹੁਣੇ ਸਕੂਲ 'ਚ ਆਏ ਹੋ, ਕਿਵੇਂ ਇਹ એનર્ਜੀ ਕਿਵੇਂ ਹੈ
ਇਹ ਮੰਨੀ ਵੀ ਅੰਮ੍ਰਿਤ ਇੰਡੋ ਕੈਨੇਡੀਅਨ ਵਾਲੇ ਕੋਈ ਐਸੇ ਵਿਟਾਮਿਨ ਦਿੰਦੇ ਆ ਤੁਹਾਨੂੰ ਜਿਹਦੇ ਨਾਲ ਤੁਸੀਂ ਸਾਰਾ ਦਿਨ ਜਿਹੜਾ ਹੈਗੇ ਆ ਇੱਕ ਫਰੈਸ਼ ਰਹਿੰਦੇ ਹੋ? ਨਹੀਂ, ਇਹ ਤਾਂ ਜੀ ਦੇਖੋ ਸਾਡਾ ਟੀਚਰਾਂ ਨਾਲ ਤਾਲਮੇਲ ਹੀ ਇੱਦਾਂ ਦਾ ਹੈਗਾ, ਐਜ਼ ਅ ਫਰੈਂਡ ਹੀ ਰਹਿੰਦੇ ਨੇ ਸਾਡੇ ਨਾਲ ਟੀਚਰ। ਮੈਨੂੰ ਇਸ ਸਕੂਲ 'ਚ 8 ਸਾਲ ਤੋਂ ਜ਼ਿਆਦਾ ਹੀ ਹੋ ਚੱਲੇ ਨੇ। ਬਹੁਤ ਵਧੀਆ ਫੀਲ ਕਰਦਾ ਕਿ ਹੁਣ ਅਸੀਂ ਸਾਰੇ ਦੋਸਤ ਕਹਿੰਦੇ ਆ ਕਿ ਯਾਰ 8 ਸਾਲ ਹੋ ਵੀ ਗਏ, ਪਤਾ ਵੀ ਨਹੀਂ ਲੱਗਾ, ਹੁਣ ਸਾਡਾ ਆਖਰੀ ਸਾਲ ਹੈਗਾ। ਤਾਂ ਜਿਹੜਾ ਸਾਡਾ ਟੀਚਰਸ ਦੇ ਨਾਲ ਤਾਲਮੇਲ ਹੈ ਥੋੜ੍ਹਾ ਹੋਰ ਵਧੀਆ ਹੋ ਗਿਆ, ਥੋੜ੍ਹੇ ਹੋਰ ਅਸੀਂ ਕਲੋਜ਼ ਹੋ ਗਏ ਹਾਂ। ਅਤੇ ਆ ਕੋਈ ਡਾਊਟ ਆਉਂਦੇ ਹੈਗੇ ਉਹ ਨਾਲ ਦੀ ਨਾਲ ਹੀ ਕਲੀਅਰ ਕਰ ਦਿੰਦੇ ਨੇ। ਇਸ ਕਰਕੇ ਇੱਕ ਪੂਰੇ ਦਿਨ 'ਚ ਸਾਡੇ ਅੰਦਰ ਇੱਕ ਐਨਰਜੀ ਬਣੀ ਰਹਿੰਦੀ ਹੈ ਕਿ ਯਾਰ ਜੇ ਕੁਝ ਡਾਊਟ ਵੀ ਆ ਗਿਆ ਸਾਡੇ ਟੀਚਰ ਕਲੀਅਰ ਕਰ ਦੇਣਗੇ। ਤਾਂ ਇਹ ਅੰਮ੍ਰਿਤ ਇੰਡੋ ਦੇ ਜਿਹੜੇ ਬੱਚੇ ਨੇ ਐਨਰਜੈਟਿਕ ਰਹਿੰਦੇ ਨੇ ਕਿਉਂਕਿ ਸਾਡਾ ਟੀਚਰਾਂ ਨਾਲ ਹੀ ਇੰਨਾ ਵਧੀਆ ਤਾਲਮੇਲ ਬਣ ਜਾਂਦਾ ਹੈ। ਯੂਨੀਕ ਫੈਕਟਰ ਆਫ ਦਿਸ ਸਕੂਲ ਇਜ਼ ਲਿਫਟ। ਵੀ ਕੈਨ ਸੀ ਲਿਫਟ ਵੀ ਜਿਹੜੀ ਹੈਗੀ ਆ ਪ੍ਰੋਵਾਈਡ ਕੀਤੀ ਗਈ ਹੈ ਬੱਚਿਆਂ ਨੂੰ, ਫਸਟ ਫਲੋਰ ਤੇ ਸੈਕੰਡ ਥਰਡ ਫਲੋਰ।